ਕਿਹਾ ਜਾਂਦਾ ਹੈ ਕਿ ਸੰਗੀਤ ਆਤਮਾਵਾਂ ਦੀ ਭਾਸ਼ਾ ਹੈ। ਇਹ ਕਲਾ ਮਟਾਉਣ, ਕਲੇਸ਼ ਘਟਾਉਣ ਤੇ ਸ਼ਾਂਤੀ ਬਣਾਉਣ ਦੇ ਰਾਹ ਖੋਲ੍ਹ ਦਿੰਦਾ ਹੈ। ਪਰ ਸਾਡਾ ਪੰਜਾਬੀ ਸੰਗੀਤ ਜਿੱਥੇ ਦੁਨੀਆ ਭਰ ਦੇ ਵਿੱਚ ਫੈਲਿਆ, ਉੱਥੇ ਅੱਜ ਕੱਲ੍ਹ ਇਹਦੇ ਉੱਤੇ ਬਦਨਾਮੀ ਦੇ ਛਿੱਟੇ ਪੈ ਰਹੇ ਨੇ। ਖਾਸ ਤੌਰ 'ਤੇ ਜੇ ਆਪਾਂ ਦੇਖੀਏ ਤਾਂ ਇਸ ਮਿਊਜ਼ਿਕ ਇੰਡਸਟਰੀ ਦੇ ਵਿੱਚ ਇਹ ਗੱਲ ਜਿਹੜੀ ਹੈ ਉਹ ਆਮ ਪ੍ਰਚਲਿਤ ਹੈ ਕਿ ਜੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਕਮਾਈ ਕਰਨੀ ਹੈ ਤਾਂ ਥੋੜ੍ਹਾ ਬਹੁਤਾ ਪ੍ਰੋਟੈਕਸ਼ਨ ਮਨੀ ਵਜੋਂ ਪੈਸਾ ਦੇਣਾ ਪਵੇਗਾ। ਕਿਹਨਾਂ ਨੂੰ ਦੇਣਾ ਪਵੇਗਾ? ਗੱਲ ਤੁਰਦੀ ਤੁਹਾਡੇ ਸਭ ਤੀਕ ਪਹੁੰਚ ਚੁੱਕੀ ਹੈ। ਪਿਛਲੇ ਦਿਨਾਂ ਦੇ ਵਿੱਚ ਅਫਸਾਨਾ ਖਾਨ ਤੋਂ ਪੁੱਛਗਿੱਛ ਹੋਈ। ਹਾਲਾਂਕਿ ਇਹ ਕੜੀ ਅਲੱਗ ਹੈ। ਅਸੀਂ ਸ਼ੁਰੂਆਤ ਇਸ ਗੱਲ ਤੋਂ ਕਰ ਰਹੇ ਹਾਂ ਮਿਊਜ਼ਿਕ ਇੰਡਸਟਰੀ ਤੋਂ ਕਿ ਮਿਊਜ਼ਿਕ ਇੰਡਸਟਰੀ ਜਿਹੜੀ ਹੈ ਉਹਦੇ ਵਿਚਲੇ ਕੁਛ ਕਲਾਕਾਰ ਇਸ ਵੇਲੇ ਬਹੁਤ ਜ਼ਿਆਦਾ ਖੌਫਜ਼ਦਾ ਵੀ ਨੇ, ਇਸ ਵੇਲੇ ਬਹੁਤ ਜ਼ਿਆਦਾ ਘਬਰਾਏ ਹੋਏ ਵੀ ਨੇ। ਅਫਸਾਨਾ ਖਾਨ ਤੋਂ ਜਦੋਂ ਪੁੱਛਗਿੱਛ ਹੋਈ ਤਾਂ ਬੜੇ ਸਵਾਲ ਉੱਠੇ ਕਿ ਕੀ ਇਹ ਪੁੱਛਗਿੱਛ ਕਿਸੇ ਗੈਂਗਸਟਰ ਲਿੰਕ ਦੇ ਮੁਤਲਕ ਹੈ ਜਾਂ ਕਿਸੇ ਗਰੋਹ ਲਿੰਕ ਦੇ ਮੁਤਲਕ ਹੈ। ਅਫਸਾਨਾ ਖਾਨ ਨੇ ਸਾਫ਼ ਕਰ ਦਿੱਤਾ ਕਿ ਐਸਾ ਕੁਛ ਨਹੀਂ ਹੈ। ਬੇਸਿਕਲੀ ਮੇਰੇ ਤੋਂ ਪੁੱਛਗਿੱਛ NIA ਨੇ ਇਸ ਸਿਲਸਿਲੇ ਦੇ ਵਿੱਚ ਕੀਤੀ ਆ ਕਿ ਸਿੱਧੂ ਮੂਸੇਵਾਲੇ ਨੂੰ ਕਿਵੇਂ ਮਿਲੇ, ਸਿੱਧੂ ਮੂਸੇਵਾਲੇ ਨਾਲ ਕਿਹੜੇ ਪ੍ਰੋਜੈਕਟ ਕੀਤੇ। ਇਹ ਗੱਲਾਂ ਸਾਰੀਆਂ ਜਿਹੜੀਆਂ ਨੇ ਉਹ ਠੀਕ ਹੈ ਅਫਸਾਨਾ ਖਾਨ ਨੇ ਸਪਸ਼ਟ ਕਰ ਦਿੱਤੀਆਂ, ਸਾਫ਼ ਕਰ ਦਿੱਤੀਆਂ। ਪਰ ਇਹਦੇ ਵਿੱਚੋਂ ਜੇ NIA ਦੀ ਪੁੱਛਗਿੱਛ ਦਾ ਤੁਸੀਂ ਕੇਂਦਰੀ ਨੁਕਤਾ ਫੜੋਗੇ ਤਾਂ ਸ਼ਾਇਦ ਨੁਕਤਾ ਇਹੋ ਆ ਕਿ ਅਫਸਾਨਾ ਖਾਨ ਪੁੱਛਗਿੱਛ ਵਾਸਤੇ ਜੇ ਬੁਲਾਈ ਜਾਂਦੀ ਹੈ ਤਾਂ ਉਹਦਾ ਕਿਤੇ ਨਾ ਕਿਤੇ NIA ਨੂੰ ਕਾਰਨ ਇਹ ਦਿਸਦਾ ਕਿ ਪਤਾ ਕੀਤਾ ਜਾਵੇ ਕਿ ਅਫਸਾਨਾ ਖਾਨ ਸ਼ੁਰੂ ਦੇ ਵਿੱਚ ਜਦੋਂ ਸਿੱਧੂ ਮੂਸੇਵਾਲੇ ਨੂੰ ਮਿਲੇ ਤਾਂ ਉਸ ਵੇਲੇ ਮਿਲਾਉਣ ਵਾਲਾ ਕੌਣ ਸੀ। ਪ੍ਰੋਜੈਕਟ ਦਾ ਸਾਰਾ ਜਿਹੜਾ ਇਹ ਰੂਪ ਰੇਖਾ ਵਾਲਾ ਕੰਮ ਨੇਪਰੇ ਚੜ੍ਹਿਆ ਉਹ ਕੌਣ ਸੀਗਾ, ਕਿਸਨੇ ਚੜਵਾਇਆ ਜਾਂ ਕਿਸੇ ਨੇ ਕਿਹਾ ਤਾਂ ਨਹੀਂ। ਸ਼ਾਇਦ ਪੁੱਛਗਿੱਛ ਦਾ ਇਹੀ ਇੱਕ ਗੁੱਝਾ ਭੇਤ ਨਜ਼ਰ ਆਉਂਦਾ ਹੈ। ਕਿਉਂਕਿ ਪਿਛਲੇ ਦਿਨੀ ਆਪਾਂ ਬਹੁਤ ਸਾਰੀਆਂ ਖਬਰਾਂ ਐਸੀਆਂ ਸੁਣੀਆਂ ਵੀ ਨੇ, ਪੜ੍ਹੀਆਂ ਵੀ ਨੇ ਕਿ ਬਾਈ ਮਿਊਜ਼ਿਕ ਇੰਡਸਟਰੀ ਦੇ ਵਿੱਚ ਗਰੋਹਬਾਜ਼ਾਂ ਦਾ ਪੈਸਾ ਲੱਗਾ ਹੋਇਆ। ਔਰ ਇਹਦੀ ਇੱਕ ਮੈਂ ਮਿਸਾਲ ਵੀ ਤੁਹਾਨੂੰ ਦੇ ਦਿੰਦਾ। 2021 ਦੇ ਵਿੱਚ SSP ਮੋਹਾਲੀ ਨੇ ਉਸ ਵੇਲੇ ਇੱਕ PC ਕਰਕੇ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਸੀਗਾ ਕਿ 2 ਮਿਊਜ਼ਿਕ ਕੰਪਨੀਆਂ 'ਚ ਪੈਸੇ ਲੱਗੇ ਹੋਏ ਨੇ ਗੈਂਗਸਟਰਾਂ ਦੇ, ਕੁਛ ਗ੍ਰਿਫਤਾਰੀਆਂ ਵੀ ਹੋਈਆਂ ਸਨ। ਤਾਂ ਜਦੋਂ ਇਸ ਤਰ੍ਹਾਂ ਦਾ ਕੰਮ ਸਾਰਾ ਚੱਲਦਾ ਹੋਵੇ NIA ਨੇ ਸ਼ਾਇਦ ਇਹੀ ਲਿੰਕ ਖੰਗਾਲਣ ਦਾ ਯਤਨ ਕੀਤਾ ਹੈ ਕਿ ਬਈ ਅਫਸਾਨਾ ਖਾਨ ਸਿੱਧੂ ਮੂਸੇਵਾਲੇ ਦਾ ਜਿਹੜਾ ਇਹ ਮੇਲ ਹੋਇਆ ਸੀਗਾ ਇਹ ਆਪਣੇ ਆਪ ਦੇ ਵਿੱਚ ਹੋਇਆ ਜਾਂ ਕਿਸੇ ਨੇ ਕਰਵਾਇਆ। ਚਲੋ ਕਿਉਂਕਿ ਦੋਨੇ ਪ੍ਰੋਫੈਸ਼ਨਲ ਸਿੰਗਰ ਸਨ, ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਕਿ ਹਰੇਕ ਮਾਮਲੇ ਦੇ ਵਿੱਚ ਅਸੀਂ ਕੋਈ ਸ਼ੱਕ ਪੈਦਾ ਕਰੀਏ ਜਾਂ ਅਸੀਂ ਕੋਈ ਉਂਗਲ ਧਰੀਏ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇੱਕ ਗੋਲਡੀ ਬਰਾੜ ਦੀ ਜਿਹੜੀ ਇੰਟਰਵਿਊ ਅੱਜ ਵੀ YouTube 'ਤੇ ਬਹੁਤ ਧੜੱਲੇ ਨਾਲ ਦੇਖੀ ਜਾਂਦੀ ਹੈ, ਉਸ ਇੰਟਰਵਿਊ ਦੇ ਵਿੱਚ ਗੋਲਡੀ ਬਰਾੜ ਖੁਦ ਆਪਣੇ ਕਜ਼ਨ ਬ੍ਰਦਰ ਗੁਰਲਾਲ ਬਰਾੜ ਦਾ ਜ਼ਿਕਰ ਕਰਦਾ ਹੈ ਕਿ ਕਿਵੇਂ ਉਹਨੇ ਇੱਕ ਮਿਊਜ਼ਿਕ ਕੰਪਨੀ ਖੋਲ੍ਹੀ ਸੀ ਅਤੇ ਅਫਸਾਨਾ ਖਾਨ ਨੂੰ ਉਹਨੇ ਸ਼ਾਇਦ ਸਾਈਨ ਕਰਨਾ ਸੀ ਇੱਕ ਗੀਤ ਵਾਸਤੇ, ਜਿੱਥੇ ਉਹ ਬੈਠੇ ਸਨ ਅਤੇ ਉੱਥੇ ਕੋਈ ਗੱਲ ਚੱਲੀ ਸਿੱਧੂ ਮੂਸੇਵਾਲੇ ਦੀ ਅਤੇ ਫਿਰ ਅਫਸਾਨਾ ਖਾਨ ਨੇ ਫੋਨ ਕਰਕੇ ਉਹਨਾਂ ਨੂੰ ਦੱਸ ਦਿੱਤਾ ਅਤੇ ਉਹਨੂੰ ਥ੍ਰੈਟ ਕੀਤਾ ਗਿਆ ਅਤੇ ਉਸ ਤੋਂ ਕੁਛ ਦਿਨਾਂ ਬਾਅਦ ਉਹਦਾ ਮਰਡਰ ਹੋ ਜਾਂਦਾ ਅਤੇ ਜਿੱਥੋਂ ਇਹ ਫਿਰ ਦੁਸ਼ਮਣੀ ਵੱਧਦੀ ਤੁਹਾਨੂੰ ਪਤਾ ਕਿੱਥੇ ਚਲੇ ਜਾਂਦੀ ਹੈ। ਕੁਛ ਹੋਰ ਵੀ ਗੱਲਾਂ ਨੇ ਮਿਊਜ਼ਿਕ ਇੰਡਸਟਰੀ ਨਾਲ ਜੁੜੀਆਂ। ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ ਹੈ ਅਤੇ ਇੱਕ ਰਿਪੋਰਟ ਦਾ ਖਾਸ ਤੌਰ 'ਤੇ ਜ਼ਿਕਰ ਆਇਆ ਸੀਗਾ ਕਿ ਖੁਫੀਆ ਮਹਿਕਮੇ ਨੇ ਸੂਚਨਾ ਪਾਈ ਹੈ ਕਿ ਕੁਛ ਸਿੰਗਰਾਂ ਨੇ ਕੁਛ ਹਫ਼ਤਿਆਂ ਦੇ ਅੰਦਰ ਸ਼ਾਇਦ ਅੱਧੀ ਦਰਜਨ ਦੇ ਕਰੀਬ ਸਿੰਗਰ ਸੀ ਜਿਨ੍ਹਾਂ ਨੇ ਕਈ ਲੱਖ ਪ੍ਰੋਟੈਕਸ਼ਨ ਮਨੀ ਦੇ ਤੌਰ 'ਤੇ ਗਰੋਹਬਾਜ਼ਾਂ ਨੂੰ ਦਿੱਤੇ ਆ। ਤਾਂ ਇਹਦਾ ਮਤਲਬ ਇਹ ਹੈ ਕਿ ਇਹ ਜੋ ਕੁਛ ਵੀ ਚੱਲਦਾ ਪਿਆ, ਜੋ ਕੁਛ ਵੀ ਹੋ ਰਿਹਾ ਹੈ, NIA ਨੇ ਇਹਦੀ ਇੱਕ ਤੰਦ ਫੜਨ ਦਾ ਯਤਨ ਕੀਤਾ ਹੈ। ਉਹਦੇ ਵਿੱਚੋਂ ਹੁਣ ਕੀ ਨਿਕਲੇਗਾ ਕੀ ਨਹੀਂ ਨਿਕਲੇਗਾ ਇਹ ਪਤਾ ਨਹੀਂ ਹੈ। ਪਰ ਅਫਸਾਨਾ ਖਾਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਮੇਰੇ ਕੋਲੋਂ ਸਿਰਫ ਇਹੀਓ ਪੁੱਛਗਿੱਛ ਹੋਈ ਕਿ ਸਿੱਧੂ ਮੂਸੇਵਾਲੇ ਨੂੰ ਤੁਸੀਂ ਕਿਵੇਂ ਮਿਲੇ, ਕਿਸ ਤਰ੍ਹਾਂ ਦਾ ਤੁਹਾਡਾ ਆਪਸ ਦੇ ਵਿੱਚ ਇਤਫਾਕ ਸੀ, ਕਿਸ ਤਰ੍ਹਾਂ ਦਾ ਆਪਸ ਦੇ ਵਿੱਚ ਤੁਹਾਡਾ ਮਿਲਵਰਤਨ ਸੀ, ਕਿਸ ਤਰ੍ਹਾਂ ਤੁਸੀਂ ਪਹਿਲਾ ਪ੍ਰੋਜੈਕਟ ਜਿਹੜਾ ਉਹ ਸਟਾਰਟ ਕੀਤਾ ਵਗੈਰਾ। ਪਰ ਇਹਦੇ ਨਾਲ ਇੱਕ ਗੱਲ ਜਿਹੜੀ ਹੈ ਉਹ ਸਪਸ਼ਟ ਹੋ ਜਾਂਦੀ ਹੈ ਕਿ NIA ਜਿਹੜਾ ਹੈ
ਉਹ ਜੜ ਤੋਂ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ। ਉਹ ਦੇਖਣਾ ਚਾਹੁੰਦਾ ਹੈ ਕਿ ਮਿਊਜ਼ਿਕ ਇੰਡਸਟਰੀ ਦੇ ਵਿੱਚ ਕੀ ਕੁਝ ਚੱਲ ਰਿਹਾ ਸੀਗਾ। ਤਾਂ NIA ਦੀ ਜੇ ਇਨਵੈਸਟੀਗੇਸ਼ਨ ਅੱਗੇ ਵੱਧਦੀ ਹੈ ਤਾਂ ਇਹਦੇ 'ਚ ਕੀ ਕੁਛ ਨਿਕਲੇਗਾ ਉਹ ਤਾਂ ਪਤਾ ਨਹੀਂ। ਪਰ ਇੱਕ ਖਬਰ ਦਿੱਲੀ ਤੋਂ ਨਿਕਲੀ ਹੈ ਜਿਹੜੀ ਕਿ ਇਹ ਸਾਫ਼ ਕਰਦੀ ਹੈ ਕਿ ਬਹੁਤ ਵੱਡਾ ਪੈਸਾ ਕਮਾ ਕੇ ਇਨਵੈਸਟ ਕੀਤਾ ਜਾ ਰਿਹਾ ਹੈ। ਚਾਹੇ ਉਹ ਮਿਊਜ਼ਿਕ ਇੰਡਸਟਰੀ ਤੋਂ ਪ੍ਰਾਪਤ ਕਰਕੇ ਪੈਸਾ ਮਿਊਜ਼ਿਕ ਇੰਡਸਟਰੀ ਦੇ ਥਰੂ ਹੀ ਇੱਕ ਨੰਬਰ 'ਚ ਕਿਉਂ ਨਹੀਂ ਲਾਇਆ ਜਾ ਰਿਹਾ, ਜਾਂ ਫਿਰ ਇੱਕ ਹੋਰ ਜਿਹੜੀ ਖਬਰ ਦਾ ਮੈਂ ਹਵਾਲਾ ਦੇ ਰਿਹਾ ਉਹ ਸੰਕੇਤ ਦਿੰਦੀ ਹੈ ਕਿ ਕੁਝ ਹੋਰ ਕਾਰੋਬਾਰਾਂ ਦੇ ਵਿੱਚ ਵੀ ਇਸ ਤਰ੍ਹਾਂ ਪੈਸਾ ਜਿਹੜਾ ਇਕੱਠਾ ਕੀਤਾ ਜਾਂਦਾ ਹੈ, ਚਾਹੇ ਉਹਨੂੰ ਐਕਸਟੋਰਸ਼ਨ ਦਾ ਕਹਿ ਦਿਓ, ਚਾਹੇ ਉਹ ਵਸੂਲੀ ਦਾ ਕਹਿ ਦਿਓ, ਰੰਗਦਾਰੀ ਦਾ ਕਹਿ ਦਿਓ, ਪ੍ਰੋਟੈਕਸ਼ਨ ਮਨੀ ਦਾ ਕਹਿ ਦਿਓ, ਕਿ ਉਹ ਵੀ ਕਾਰੋਬਾਰ 'ਚ ਲੱਗਦਾ ਹੈ। ਪਿਛਲੇ ਦਿਨੀ ਪੁਲਿਸ ਹਿਰਾਸਤ 'ਚੋਂ ਭੱਜਿਆ ਟੀਨੂ ਗ੍ਰਿਫਤਾਰ ਕਰ ਲਿਆ ਜਾਂਦਾ ਰਾਜਸਥਾਨ 'ਚ। ਹਾਲਾਂਕਿ ਪੰਜਾਬ ਪੁਲਿਸ ਦੱਸਦੇ ਆ ਕਿ ਐਨ ਬਿਲਕੁਲ ਬਰੂਹਾਂ ਤੇ ਸੀ ਗ੍ਰਿਫਤਾਰੀ ਤੇ। ਇਹਨਾਂ ਦੇ ਕੁਝ ਅਫਸਰ ਜਿਹੜੇ ਆ ਉਹ ਲੇਟ ਹੋ ਗਏ, ਥੋੜ੍ਹੇ ਜਿਹੇ ਲੇਟ ਲਤੀਫੀ ਵੈਸੇ ਵੀ ਤੁਹਾਨੂੰ ਪਤਾ ਹੀ ਹੈ ਨਾ, ਮਾਰ ਜਾਂਦੀ ਹੈ ਕਈ ਵਾਰ, ਗੱਡੀ ਲੰਘ ਜਾਂਦੀ ਹੈ। ਤਾਂ ਕਹਿੰਦੇ ਆ ਕਿ ਇਹ ਪਹੁੰਚਣ ਵਾਲੇ ਸਨ ਪਰ ਦਿੱਲੀ ਵਾਲੇ ਤੁਹਾਨੂੰ ਪਤਾ ਤੈਨੂੰ ਲੈ ਕੇ ਬਾਜ ਬਣ ਜਾਵਾਂ ਤੇ ਕਿਹੜਾ ਸਾਡੀ ਪੈੜ ਕੱਢ ਲਓ, ਉਹ ਬਾਜ ਵਾਂਗੂ ਪਹਿਲਾਂ ਝਪੱਟਾ ਮਾਰ ਗਏ। ਇਹ ਵੈਸੇ ਅੰਦਰੂਨੀ ਗੱਲਾਂ ਨੇ ਕਿ ਕਿਸ ਤਰ੍ਹਾਂ ਇਨਫੋਰਮੇਸ਼ਨ ਆਈ ਹੋਏਗੀ, ਕਿਸ ਤਰ੍ਹਾਂ ਪੰਜਾਬ ਪੁਲਿਸ ਪਹਿਲਾਂ ਹੀ ਰਾਜਸਥਾਨ ਦੇ ਵਿੱਚ ਤਿਆਰ ਬੈਠੀ ਸੀ, ਪਰ ਦਿੱਲੀ ਪੁਲਿਸ ਉਹ ਤੋਂ ਵੀ ਪਹਿਲਾਂ ਉਹਨੂੰ ਫੜ ਕੇ ਦਿੱਲੀ ਲੈ ਜਾਂਦੀ ਆ। ਦਿੱਲੀ ਤੋਂ ਹੀ ਇੱਕ ਖਬਰ ਨਿਕਲਦੀ ਹੈ, ਖਬਰ ਬੜੀ ਸੋਚਣ ਵਾਲੀ ਹੈ, ਵਿਚਾਰਨ ਵਾਲੀ ਹੈ। ਉੱਥੋਂ ਖਬਰ ਇਹ ਨਿਕਲਦੀ ਹੈ ਕਿ ਪੁੱਛਗਿੱਛ 'ਚ ਇਹ ਖੁਲਾਸਾ ਹੋ ਰਿਹਾ ਵਾ ਕਿ ਟੀਨੂ ਦੀਆਂ 5 ਗਰਲਫਰੈਂਡਾਂ ਸੀਗੀਆਂ। ਦੇਖੋ ਅੱਜ ਕੱਲ੍ਹ ਕਿੰਨੀਆਂ ਗੇੜੀਆਂ ਮਾਰਦੇ ਆ ਮੁੰਡੇ ਖੁੰਡੇ, ਜੈਲਾਂ ਲਗਾ ਕੇ, ਅਲੋਏ ਵੀਲ ਪਵਾ ਕੇ, ਤੇ ਇਹਨਾਂ ਨੂੰ ਇੱਕ ਵੀ ਨਹੀਂ ਜੋੜਦੀ। ਇਹ ਗਿਲਾ ਕਰਦੇ ਆ ਕਈ ਵਾਰ ਤਕਦੀਰ ਤੇ ਇੱਥੇ ਜੇਲ੍ਹ 'ਚ ਬੈਠੇ ਜਿਹੜੇ ਇਸ ਤਰ੍ਹਾਂ ਦੇ ਕ੍ਰਿਮੀਨਲਸ ਨੇ ਉਹਨਾਂ ਨੂੰ 5-5। ਔਰ ਇਹਦੇ 'ਚ ਵੀ ਇਹ ਕਿਹਾ ਗਿਆ ਕਿ 3 ਗਰਲਫਰੈਂਡਾਂ ਤੇ ਉਹਨੇ ਜੇਲ੍ਹ 'ਚ ਬੈਠੇ ਬਣਾ ਲਈਆਂ। ਇੱਕ ਪੁਲਿਸ ਵਾਲੀ ਦੱਸੀ ਦੀ ਹੈ, ਇੱਕ NRI ਵੀ ਹੈ। ਖੈਰ ਇਹ ਸਾਰੀਆਂ ਚੀਜ਼ਾਂ ਚਲੋ ਆਫ ਦੀ ਰਿਕਾਰਡ ਨੇ, ਕਦੇ ਆਨ ਦਾ ਰਿਕਾਰਡ ਆਈਆਂ ਤੇ ਪਤਾ ਲੱਗੇਗਾ ਕਿ ਹਾਂ ਕੀ ਐਸਾ ਸੀ, ਕਿਉਂਕਿ ਇਹ ਤਾਂ ਹਾਲੇ ਖਬਰਾਂ ਨੇ ਮੀਡੀਆ ਦੇ ਮਾਧਿਅਮ ਰਾਹੀਂ, ਇਹ ਸੋਰਸਸ ਦੇ ਜ਼ਰੀਏ ਕਿ ਐਸਾ ਸਾਰਾ ਕੁਝ ਚੱਲ ਰਿਹਾ ਸੀ। ਪਰ ਜਿਹੜੀ ਪੁੱਛਗਿੱਛ ਹੋਈ ਆ ਉਸ ਪੁੱਛਗਿੱਛ ਦੇ ਦੌਰਾਨ ਜਿਹੜਾ ਸਭ ਤੋਂ ਵੱਡਾ ਖੁਲਾਸਾ ਕਹਿੰਦੇ ਆ ਕਿ ਹੋਇਆ ਉਹ ਇਹ ਆ ਕਿ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਵੀ ਪੈਸੇ ਲੱਗ ਰਹੇ ਸਨ। ਜੀ ਇਹ ਇੱਕ ਵੱਡਾ ਤੇ ਅਹਿਮ ਖੁਲਾਸਾ ਹੈ ਕਿ ਟੀਨੂ ਦੀ ਪੁੱਛਗਿੱਛ ਦੇ ਵਿੱਚ ਸੰਕੇਤ ਮਿਲੇ ਨੇ ਜਾਂ ਸਬੂਤ ਮਿਲੇ ਨੇ। ਦਿੱਲੀ ਪੁਲਿਸ ਇਹ ਹੁਣ ਨਤੀਜਾ ਕੱਢੇਗੀ, ਕਦੇ ਉਮੀਦ ਕਰਦੇ ਹਾਂ ਕਿ ਇਸ ਗੱਲ ਦੀ ਉਹ ਪ੍ਰਮਾਣਤਾ ਕਰਨ, ਪੁਸ਼ਟੀ ਕਰਨ ਜਾਂ ਇਹਨੂੰ ਡਿਨਾਈ ਕਰਨ। ਹਾਲਾਂਕਿ ਰਿਪੋਰਟਾਂ ਤੋਂ ਬਾਅਦ ਹੁਣ ਤੱਕ ਉਹਨਾਂ ਨੇ ਡਿਨਾਈ ਨਹੀਂ ਕੀਤਾ। ਇਹ ਖਬਰਾਂ ਨਿਕਲ ਰਹੀਆਂ ਨੇ ਕਿ ਹਰਿਆਣਾ ਅਤੇ ਰਾਜਸਥਾਨ, ਇਹਨਾਂ 2 ਸੂਬਿਆਂ 'ਚ, ਪੰਜਾਬ ਦਾ ਜ਼ਿਕਰ ਨਹੀਂ ਹੈ ਇੱਥੇ, ਨੋਟ ਕਰਨ ਵਾਲੀ ਗੱਲ ਆ ਕਿ ਇਹਨਾਂ 2 ਸੂਬਿਆਂ ਦੇ ਵਿੱਚ ਕਰੋੜਾਂ ਰੁਪਈਆ ਜਿਹੜਾ ਹੈ ਉਹ ਸ਼ਰਾਬ ਦੇ ਠੇਕਿਆਂ 'ਚ ਇਨਵੈਸਟ ਕੀਤਾ ਗਿਆ। ਮੈਂ ਦੁਬਾਰਾ ਰਿਪੀਟ ਕਰ ਦਿੰਦਾ ਕਿ ਕਰੋੜਾਂ ਰੁਪਈਆ ਇਹਨਾਂ 2 ਸਟੇਟਾਂ ਦੇ ਕੁਝ ਸ਼ਰਾਬ ਦੇ ਠੇਕਿਆਂ 'ਚ ਇਨਵੈਸਟ ਕੀਤਾ ਗਿਆ। ਔਰ ਇਹ ਜਿਹੜੇ ਠੇਕੇ ਆ ਇਹਨਾਂ ਦੀ ਤਾਦਾਦ ਦਰਜਨ ਤੋਂ ਵੱਧ ਦੱਸੀ ਦੀ ਹੈ। ਖਾਸ ਤੌਰ 'ਤੇ ਜਿਹੜਾ ਇਲਾਕਾ ਪੰਜਾਬ, ਹਰਿਆਣਾ, ਰਾਜਸਥਾਨ, ਇਸ ਏਰੀਏ ਦੇ ਨਾਲ ਜੇ ਆਪਾਂ ਦੇਖੀਏ ਤਾਂ ਜਿੰਨੇ ਵੀ ਠੇਕੇ ਜੁੜਦੇ ਆ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਇਨਵੈਸਟਮੈਂਟ ਹੋਈ ਆ। ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਨਵੈਸਟਮੈਂਟ ਜਿਹੜੀ ਹਵਾਲੇ ਰਾਹੀਂ ਇੱਧਰ ਨੂੰ ਭੇਜ ਕੇ ਵੀ ਕੀਤੀ ਜਾ ਰਹੀ ਹੈ, ਕਰਵਾਈ ਜਾ ਰਹੀ ਆ। ਔਰ ਟੀਨੂ ਬਾਰੇ ਇੱਕ ਗੱਲ ਬਹੁਤ ਹੱਦ ਤੱਕ ਸਾਫ਼ ਹੈ ਕਿ ਇਹ ਬੰਦਾ ਜੇਲ੍ਹ 'ਚ ਬੈਠਾ ਹੀ ਬਹੁਤ ਵੱਡੀ ਰਕਮ ਹਾਸਲ ਕਰ ਰਿਹਾ ਸੀਗਾ। ਵੈਸੇ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਨਿੱਤ ਦਿਨ ਸੁਣਦੇ ਹਾਂ ਇਹ ਖਬਰਾਂ ਕਿ ਜੀ ਫਲਾਣੇ ਤੋਂ ਮੋਬਾਈਲ ਫੜਿਆ ਗਿਆ, ਫਲਾਣੇ ਤੋਂ ਹੈਰੋਇਨ ਫੜੀ ਗਈ, ਫਲਾਣਾ ਪਹੁੰਚਾਉਂਦਾ ਫੜਿਆ ਗਿਆ। ਆ ਪਿਛਲੇ ਦਿਨ ਹੀ ਅੰਮ੍ਰਿਤਸਰ ਦੇ ਵਿੱਚ ਇੱਕ ਡਾਕਟਰ ਨੂੰ ਹੈਰੋਇਨ ਪਹੁੰਚਾਉਂਦਾ ਫੜਿਆ ਸੀਗਾ। ਉਹ ਜਿਹੜੀ ਹੈਰੋਇਨ ਜਾਂਦੀ ਆ, ਮੋਬਾਈਲ ਜਾਂਦੇ ਆ, ਹਜ਼ੂਰ ਐ ਨਹੀਂ ਹੈ ਜਿਵੇਂ ਆਪਾਂ ਮੋਬਾਈਲ ਮਾਰਕੀਟ 'ਚੋਂ ਲੈ ਲੈਂਦੇ ਹਾਂ 5000 ਦਾ, 7000 ਦਾ ਸੈਕਿੰਡ ਹੈਂਡ ਤੇ 3-4 ਹਜ਼ਾਰ ਦਾ ਵੀ ਵਧੀਆ ਮਿਲ ਜਾਂਦਾ ਆ। ਉੱਥੇ ਉਸ ਮੋਬਾਈਲ ਦੀ ਕੀਮਤ ਜਿਹੜਾ ਸੈਕਿੰਡ ਹੈਂਡ 3000 ਦਾ, ਤਾਂ ਉੱਥੇ 30000, 50000, 60000, 80000 ਤੱਕ ਹੋਏਗਾ। ਫਿਰ ਮੋਬਾਈਲ ਦੀ ਲਗਾਤਾਰ ਵਰਤੋਂ ਕਰਨੀ ਹੈ ਤਦ ਵੀ ਤੁਹਾਨੂੰ ਬਿੱਲ ਦੇਣਾ ਪਏਗਾ। ਬਿੱਲ ਮੋਬਾਈਲ ਕੰਪਨੀ ਜਾਂ ਸਿਮ ਕੰਪਨੀ ਨੂੰ ਨਹੀਂ, ਜਿਹੜੀ ਜੇਲ੍ਹ ਕੰਪਨੀ ਆ, ਮਤਲਬ ਕਿ ਜੋ ਉੱਥੋਂ ਦਾ ਨਿਜ਼ਾਮ ਸਾਂਭਦੀ ਹੈ, ਜਿਹਦੇ ਨਾਲ ਤੁਹਾਡੇ ਹੱਥ ਰਲੇ ਹੋਣਗੇ ਤਦ ਹੀ ਫੋਨ ਚੱਲੇਗਾ, ਅਦਰਵਾਈਜ਼ ਅੱਜ ਕੱਲ੍ਹ ਸਖਤਾਈ ਬੜੀ ਆ। ਤਾਂ ਇਹ ਸਾਰਾ ਪੈਸਾ ਜੇ ਜੇਲ੍ਹ ਦੇ ਵਿੱਚ ਚਾਹੀਦਾ ਹੈ
ਤਾਂ ਹੁਣ ਉੱਤੋਂ ਪੈਸਿਆਂ ਦੀ ਵਰਖਾ ਨਹੀਂ ਹੁੰਦੀ, ਜਾਂ ਜ਼ਮੀਨ 'ਚੋਂ ਪੈਸੇ ਉਗਦੇ ਨਹੀਂ ਹੈ, ਜਾਂ ਤਾਂ ਫਿਰ ਤੁਹਾਡਾ ਘਰ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਕਿ ਕਿੱਲਾ ਤਗੜਾ ਹੋਣਾ ਚਾਹੀਦਾ ਹੈ, ਅਤੇ ਜਾਂ ਫਿਰ ਤੁਹਾਡਾ ਨਾਮ ਤਗੜਾ ਹੋਣਾ ਚਾਹੀਦਾ, ਤੁਹਾਡਾ ਡਰ ਤਗੜਾ ਹੋਣਾ ਚਾਹੀਦਾ, ਕਿਉਂਕਿ ਡਰ ਵੀ ਇੱਕ ਬਹੁਤ ਵੱਡਾ ਕਾਰੋਬਾਰ ਹੈ ਅੱਜ ਦੇ ਦੌਰ 'ਚ। ਡਰ ਇੱਕ ਬਹੁਤ ਵੱਡਾ ਕਾਰੋਬਾਰ ਹੈ, ਤਾਂ ਇਸ ਡਰ ਦੇ ਕਾਰੋਬਾਰ ਨੂੰ ਅੱਗੇ ਵਧਾਉਂਦੇ ਇਹ ਬੰਦੇ ਬਹੁਤ ਦੂਰ ਤੱਕ ਲੈ ਗਏ। ਹੁਣ ਇੱਕ ਚੀਜ਼ ਹੋਰ ਵੇਖਣ ਵਾਲੀ ਹੈ ਕਿ ਸ਼ਰਾਬ ਦੇ ਠੇਕਿਆਂ ਦੇ ਵਿੱਚ ਪੈਸਾ ਜਿਹੜਾ ਜਾਂਦਾ ਆ, ਇਹ ਇਕੱਲਾ ਗਰੋਹ ਬਾਸਾਂ ਦਾ ਨਹੀਂ ਜਾਂਦਾ। ਪਿੱਛੇ ਜੇ ਤੁਹਾਨੂੰ ਯਾਦ ਹੋਏਗਾ, ਵੈਸੇ ਕਮਾਲ ਦੀ ਹੈ ਸਾਡੀ ਮਾਨ ਸਰਕਾਰ, ਇਹਨਾਂ ਚੀਜ਼ਾਂ ਨੂੰ ਦਰਕਨਾਰ ਕਰਕੇ ਉਹ ਸੂਰਜੀ ਲਾਈਟਾਂ ਵਾਲਾ ਘੁਟਾਲਾ ਕੱਢੀ ਖਲੋਤੇ ਸਨ, ਜਿਹੜਾ ਕਿ 64 ਲੱਖ ਦਾ ਦੱਸਿਆ ਜਾਂਦਾ ਸੀ, ਜਿਹਦੇ ਵਿੱਚ 32 ਲੱਖ ਤਾਂ ਕਹਿ ਲਓ ਕਿ ਸਰਕਾਰੀ ਰੇਟ ਸੀ, 30-32 ਲੱਖ ਦਾ ਘੁਟਾਲਾ ਜਿਹਦੇ ਵਿੱਚ ਕੈਪਟਨ ਸੰਧੂ ਫਸ ਗਿਆ। ਪਰ ਜੇ ਇਸ ਇਲਾਕੇ 'ਚੋਂ ਤੁਸੀਂ ਇੱਕ ਖਬਰ 'ਤੇ ਗੌਰ ਕੀਤਾ ਹੋਊਗਾ, ਉਹ ਸੀਗਾ ਰਾਣੋ ਵਾਲਾ ਡਰੱਗ ਮਾਮਲਾ। ਇਸ ਮਾਮਲੇ ਦੇ ਵਿੱਚ ਜਦੋਂ ਗਾਂ ਗੱਲ ਤੁਰੀ ਗਈ ਤਾਂ ਖੁਦ ਜਿਹੜੀ ਜਾਂਚ ਪੜਤਾਲ ਹੋਈ ਉਹਦੇ ਵਿੱਚ ਇਹ ਚੀਜ਼ ਮੈਂਸ਼ਨ ਕੀਤੀ ਗਈ, ਇਹ ਚੀਜ਼ ਖਾਸ ਤੌਰ 'ਤੇ ਜ਼ਿਕਰ ਕੀਤੀ ਗਈ ਕਿ ਪੁਲਿਸ ਅਫਸਰ, ਕੁਛ ਐਕਟਰ, ਕੁਛ ਰਸੂਖਦਾਰ, ਇਹ ਸਾਰੇ ਰਲੇ ਹੋਏ ਸਨ ਅਤੇ ਇਹਨਾਂ ਨੂੰ ਨਾ ਸਿਰਫ ਕੁੜੀਆਂ ਸਪਲਾਈ ਕੀਤੀਆਂ ਜਾ ਰਹੀਆਂ ਸਨ, ਰਾਣੋ ਨੇ ਖੁਦ ਮੰਨਿਆ ਕਿ ਪੁਲਿਸ ਅਫਸਰ ਤੱਕ ਕੁੜੀਆਂ ਪਹੁੰਚਾਈਆਂ ਜਾਂਦੀਆਂ ਸਨ, ਸਾਰਾ ਕੁਛ ਕੀਤਾ ਜਾਂਦਾ ਸੀ, ਬਲਕਿ ਇੱਕ ਸਨਸਨੀਖੇਜ਼ ਖੁਲਾਸਾ ਕੀਤਾ ਗਿਆ। ਹਜ਼ੂਰ, ਸਨਸਨੀਖੇਜ਼ ਖੁਲਾਸਾ ਇਹ ਸੀਗਾ ਕਿ ਸ਼ਰਾਬ ਦੇ ਠੇਕਿਆਂ 'ਚ ਕੁਛ ਪੁਲਿਸ ਅਫਸਰਾਂ ਦਾ ਪੈਸਾ ਇਨਵੈਸਟ ਹੋਇਆ ਹੋਇਆ ਹੈ। ਇਹ ਗੱਲ ਫਿਰ ਦੱਬੀ ਗਈ। ਜਦੋਂ ਇਹੋ ਜਿਹੀਆਂ ਗੱਲਾਂ ਦੱਬੀਆਂ ਜਾਣਗੀਆਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਇੱਕ ਦਿਨ ਤੇ ਫਿਰ ਇਹ ਬਹੁਤ ਵੱਡਾ ਲਾਵਾ ਬਣ ਕੇ ਨਿਕਲਣਗੀਆਂ, ਜਦੋਂ ਤੁਸੀਂ ਦੱਬੀ ਚਲੋਗੇ। ਪਰ ਮੇਰਾ ਮੰਨਣਾ ਇਹ ਆ ਕਿ ਘੁਟਾਲਿਆਂ ਦੇ ਨਾਲ ਜਿਹੜੇ ਵੱਡੇ ਗੜਬੜ ਝਾਲੇ ਸਨ, ਜਿੱਥੇ ਬਹੁਤ ਵੱਡੇ ਲੋਕਾਂ ਨੇ ਬਹੁਤ ਵੱਡੇ ਸਰਮਾਏ ਇਕੱਠੇ ਕੀਤੇ, ਜਿੱਥੇ ਬਹੁਤ ਵੱਡੇ ਪੁਲਿਸ ਆਫਿਸਰਾਂ ਨੇ ਪੈਸੇ ਵਸੂਲ ਕਰਕੇ ਉਸ ਤੋਂ ਬਾਅਦ ਠੇਕਿਆਂ 'ਚ ਇਨਵੈਸਟ ਕੀਤੇ, ਉਹਨਾਂ ਦੀ ਵੀ ਜਾਂਚ ਜ਼ਰੂਰੀ ਹੈ। ਤਾਂ ਹੁਣ ਇਸ ਪੱਖ ਤੋਂ ਜਾਂਚ ਜ਼ਰੂਰੀ ਹੈ ਕਿ ਪੈਸਾ ਇਨਵੈਸਟ ਹੋ ਕੇ ਕਿੱਥੇ ਲੱਗਿਆ, ਬਹੁਤ ਅਹਿਮ ਹੈ, ਬੜਾ ਵੱਡਾ ਖੁਲਾਸਾ ਹੈ। ਪਰ ਸਭ ਤੋਂ ਵੱਡੀ ਗੱਲ ਕਿ ਪੰਜਾਬ ਪੁਲਿਸ ਹਾਲੇ ਵੀ ਖਾਮੋਸ਼ ਹੈ ਇਸ ਬਾਬਤ। ਉੱਥੋਂ ਜਿਹੜੀਆਂ ਖਬਰਾਂ ਨਿਕਲ ਰਹੀਆਂ ਨੇ, ਉੱਥੋਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਦਿੱਲੀ ਤੋਂ, ਉਹ ਵੱਖਰੀ ਗੱਲ ਆ। ਪਰ ਜੇ ਤੁਸੀਂ ਇਸ ਪੱਖ ਤੋਂ ਵੇਖੋ ਕਿ ਇਹ ਟੀਨੂ ਇੱਥੋਂ ਭੱਜਿਆ ਕਿਵੇਂ, ਜਿਹੜੇ ਬੰਦੇ ਕੋਲ ਇੰਨਾ ਪੈਸਾ, ਜਿਹੜਾ ਬੰਦਾ ਇਨਵੈਸਟ ਕਰਕੇ ਬੈਠਾ ਹੈ, ਕੀ ਉਹ ਸਿਰਫ ਇਹਨੂੰ ਭਰਮਾ ਕੇ ਹੀ ਭੱਜ ਗਿਆ ਕਿ ਤੈਨੂੰ ਮੈਂ ਰਿਕਵਰੀ ਕਰਵਾਉਣਾ ਵਾ, ਜਾਂ ਮੋਟਾ ਲਾਲਚ ਦਿੱਤਾ ਗਿਆ, ਜਾਂ ਪੈਸਾ ਵਸੂਲ ਕਰ ਲਿਆ ਗਿਆ? ਪੁਲਿਸ ਇਹਦੇ 'ਤੇ ਖਾਮੋਸ਼ ਆ। ਪੁਲਿਸ ਇਸ ਗੱਲ 'ਤੇ ਵੀ ਖਾਮੋਸ਼ ਆ ਕਿ ਕੀ ਤੁਹਾਡੀ ਕੋਈ ਲੇਡੀ ਕਾਂਸਟੇਬਲ ਉਹਦੇ ਟੱਚ ਦੇ ਵਿੱਚ ਸੀ, ਕਿਉਂਕਿ ਤੁਸੀਂ ਮਾੜਾ ਜਿਹਾ ਪੋਚਾ ਮਾਰ ਕੇ ਉਸ ਤੋਂ ਬਾਅਦ ਖਾਮੋਸ਼ ਹੋ ਗਏ। ਤੁਹਾਨੂੰ ਦੱਸਣਾ ਚਾਹੀਦਾ ਹੈ ਕਿ ਜਿਹੜਾ ਹੁਣ ਤੁਸੀਂ ਥਾਣੇਦਾਰ ਬਰਖਾਸਤ ਕੀਤਾ ਹੈ, ਉਹ ਕਦੋਂ ਤੋਂ ਇਹਨਾਂ ਦੇ ਨਾਲ ਰਲਿਆ ਹੋਇਆ ਸੀਗਾ। ਇਹ ਕੁਛ ਗੱਲਾਂ ਨੇ, ਇਹ ਕੁਛ ਬਾਤਾਂ ਨੇ ਜਿਹੜੀਆਂ ਕਿ ਸਾਡੇ ਲਈ ਬਹੁਤ ਅਹਿਮ ਸਵਾਲ ਸਾਬਤ ਹੋ ਸਕਦੀਆਂ। ਤਾਂ ਟੀਨੂ ਬਾਰੇ ਇਹ ਖਬਰ ਬਹੁਤ ਵੱਡੀ ਆ ਰਹੀ ਹੈ ਕਿ ਇਹਨਾਂ ਬੰਦਿਆਂ ਨੇ ਪੈਸਾ ਕਰੋੜਾਂ 'ਚ ਇਕੱਠਾ ਕੀਤਾ, ਔਰ ਇੱਕ ਗੈਂਗਸਟਰ ਬਾਰੇ ਤੇ ਵੀ ਸੁਣ ਰਹੇ ਹਾਂ ਕਿ ਉਹਨੇ ਜੇਲ੍ਹਾਂ ਦੇ ਵਿੱਚੋਂ ਬੈਠਿਆਂ ਵਸੂਲੀ ਤੇ ਡਰੱਗ ਰੈਕਟ ਦੇ ਜ਼ਰੀਏ ਤਕਰੀਬਨ 50 ਕਰੋੜ ਦੇ ਕਰੀਬ ਕਮਾਈ ਕੀਤੀ ਆ, ਅਤੇ ਬਲਕਿ ਇਨਵੈਸਟਮੈਂਟ ਕੀਤੀ ਆ, ਕਬੱਡੀ ਤੱਕ ਵੀ ਉਹਦੀ ਇਨਵੈਸਟਮੈਂਟ ਹੋਈ ਆ। ਐਸਾ ਵੀ ਜ਼ਿਕਰ ਆ ਰਿਹਾ ਹੈ। ਤੁਸੀਂ ਹਿਸਾਬ ਲਾ ਲਓ ਕਿ ਕੋਈ ਬੰਦਾ, ਸਧਾਰਨ ਕ੍ਰਿਮੀਨਲ ਜਦੋਂ ਜੇਲ੍ਹ 'ਚ ਗਿਆ ਤਾਂ ਸ਼ਾਇਦ ਉਹਦੇ ਕੋਲ ਐਕਸਟਰਾ ਝੱਗਾ ਪਜਾਮਾ ਵੀ ਨਹੀਂ ਹੋਏਗਾ ਲਿਫਾਫੇ 'ਚ, ਪਰ ਬਾਅਦ ਦੇ ਵਿੱਚ ਕਿਸ ਤਰ੍ਹਾਂ ਇਹ ਖੇਡ ਸਾਰੀ ਜਿਹੜੀ ਹੈ ਉਹ ਖੇਡੀ ਜਾਂਦੀ ਹੈ। ਤਾਂ ਖੈਰ, ਹੁਣ ਦੇਖਦੇ ਹਾਂ ਪੰਜਾਬ ਪੁਲਿਸ ਕੀ ਜਵਾਬ ਇਹਨਾਂ ਚੀਜ਼ਾਂ ਦਾ ਦਿੰਦੀ ਹੈ, ਦਿੱਲੀ ਪੁਲਿਸ ਇਹਨਾਂ ਮੁੱਦਿਆਂ ਨੂੰ ਕਿੱਥੋਂ ਤੱਕ ਖੜਦੀ ਹੈ, ਜਾਂ ਇਹ ਸਿਲਸਿਲਾ ਕਿੱਥੋਂ ਤੱਕ ਚੱਲਦਾ ਹੈ। ਸੰਗੀਤ ਤੋਂ ਸ਼ੁਰੂਆਤ ਕੀਤੀ ਸੀ, ਤਾਂ ਸੰਗੀਤ 'ਤੇ ਗੱਲ ਆ ਕੇ ਮੁਕਾ ਦਿੰਦੇ ਹਾਂ ਕਿ ਸੰਗੀਤ ਇੰਡਸਟਰੀ ਇਸ ਵੇਲੇ ਨਾ ਸਿਰਫ ਖੌਫਜ਼ਦਾ ਹੈ, ਬਲਕਿ ਕਿਤੇ ਨਾ ਕਿਤੇ ਜੇ ਅਸੀਂ ਵੇਖੀਏ ਤਾਂ ਥੋੜ੍ਹੀ ਜਿਹੀ ਮਿਊਜ਼ਿਕ ਇੰਡਸਟਰੀ ਜਿਹੜੀ ਹੈ ਪਾਟੀ ਵੀ ਨਜ਼ਰ ਆਉਂਦੀ ਹੈ, ਥੋੜ੍ਹਾ ਜਿਹਾ ਉਹਦੇ 'ਚ ਪਾਟੋ ਧਾਪ ਵੀ ਨਜ਼ਰ ਆਉਂਦਾ ਹੈ। ਕਿਸੇ ਮੁੱਦੇ 'ਤੇ ਇਕੱਠੇ ਨਹੀਂ ਹੁੰਦੇ, ਕਿਸੇ ਮੁੱਦੇ 'ਤੇ ਇੱਕ ਸੁਰ ਦੇ ਵਿੱਚ ਬੋਲਦੇ ਨਹੀਂ।
ਸਾਰੇ ਡਰ ਦੇ ਘੁੱਟ, ਖੌਫ ਦੇ ਘੁੱਟ, ਭੈ ਦੇ ਘੁੱਟ ਪੀ ਕੇ ਤੇ ਮਸਤ ਹੋ ਜਾਂਦੇ ਨੇ। ਹੁਣ ਦੇਖਦੇ ਹਾਂ ਅੱਗੇ ਕੀ ਹੁੰਦਾ। ਅਗਲੇ ਪ੍ਰੋਗਰਾਮ 'ਚ ਫੇਰ ਮਿਲਾਂਗੇ। ਤਦ ਤੱਕ ਦਿਓ ਇਜਾਜ਼ਤਾਂ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।